सारक महला पंजवा। पंजवें पातशाह शहीदां दे सरताज शांति दे सोमे गुरबाणी दी रचनाहार धन धन सतगुरु श्री गुरु अर्जन देव साहिब जी महाराज सारंग राग विच शोभावन उपदेश की बख्शिश करते हैं। ओम प्रीत जीत पहलरिया। हे मेरे चित्त विच ओम मंगल रूप प्रिय प्यारे परमेश्वर की प्रीति पहला आदों पा माता दा जो गर्भ है उहदे वाली ही वसी हुई है। तो बचन दियो मेरे सतगुर। परमेश्वर जो तेरी प्राप्ति वाला मेरे सतगुरां ने मैनू उपदेश दिता है। तो मैं साज सी गरिया। जद ये मैं हृदय विच वसा लिया तदों मैं भाना मनना सिमरन करना धर्म की किरत करनी आदਿਕ साधना रूप साजा नूं श्रृंगार ना कीता या वैराग विवेक खड़ समझी मोक्षिषा या श्रवण मनन निधिहासन तत् त्वं दर्शन शोधन आदਿਕ साजा नूं श्रृंगारिया है। विश्राम दे के फरमान कर दिए हन। हम भूला है तुम सदा भूला। हे परमेश्वर असी जीव हंता ममता दी बल करके तेरे स्वरूप नूं भुल जाते हैं पर तुसी हमेशा भुलन तो रहत हो। हम पतित तुम पतित उधरिया। असी जीव पाप कर्म करके पापी हाँ या धर्म कर्म तो डिग जाते हैं पर तुसी पापी पुरखां दा उद्धार करने वाले हो जी। हम नीच बिरखाए तुम मैं लागर। असी जीव नीवे अरिंड वृक्ष की तरह हैं तुम चंदन हम इरंड बापरे संग तुम्हारी बासा नीच रूख ते ऊंच पए हैं गंध सुगंध निवासा। इसी तरह हम मुखतूल तुम सफेद सपील हम बपरी जसकीर। सत संगत मिल रही है माधो जैसी मधुप मखीरा। जाति ओछा पाति ओछा ओछा जन्म हमारा तुम शरणागत राजा रामचंद कह रविदास चमारा। ये महाराज असी तो इरंड के बूटे की तरह हैं तुसी बामण चंदन की तरह हो पर तुहाडे नाल रहण दे नाल तुहाडे चरनां विच वसन दे नाल साडे विच भी भगती रूप सुगंधी प्रवेश कर गई है। वो सुगंधी आप जी दी हुई है। तुसी बामण चंदन की तरह हो असी जीव नीवे अरिंड वृक्ष की तरह। लाज संग संग बसरिया। जिवें बामण चंदन नूं अपने साथ की लज्जिया हुंदी है तिवें हे परमेश्वर जीवां दी तेरे नाल वसन दी तैनूं आप ही लज्जिया है। इसी प्रकार हम नीच बिरख तुम मैं लागर। जिवें नीवें अरिंड विच कुड़तनता हुंदी है तिवें असी जीव अरिंड की तरह कौड़े सुभाव वाले आ या अरिंड की तरह कौड़े सुभाव वाले विषयां की कुड़तनता वाले अते सिमन रुखमान वड पुणे वाले हंकारी हैं अते
ਗਿਆਨ ਰੂਪੀ ਫਲ ਤੋਂ ਰਹਿਤ ਹੈ ਤੇ ਤੁਸੀਂ ਚੰਦਨ ਦੀ ਨਿਆਈ ਹੋ। ਲਾਜ ਸੰਗ ਸੰਗ ਬਸਰੀਆ, ਜਿਵੇਂ ਚੰਦਨ ਆਪਣੇ ਨਾਲ ਖੜੇ ਅਰਿੰਡ ਦੀ ਲੱਜਾ ਰੱਖਦਾ ਹੋਇਆ ਉਸ ਵਿੱਚ ਵੀ ਮਹਿਕ ਪਾ ਦਿੰਦਾ ਹੈ, ਇਉਂ ਹੇ ਪਰਮੇਸ਼ਰ ਤੁਹਾਨੂੰ ਹੀ ਲੱਜਿਆ ਹੈ। ਸਾਨੂੰ ਵੀ ਤੇਰੀ ਪ੍ਰਾਪਤੀ ਵਾਲੀ ਸੰਗਤ ਦੇ ਨਾਲ ਵਸਣ ਵਾਲਾ ਜਾਣ ਕੇ ਮੁਕਤ ਕਰ ਦੇਣਾ ਕਰੋ ਜੀ, ਜਾਂ ਭਗਤੀ ਰੂਪ ਮਹਿਕ ਪਾ ਕੇ ਆਪਣਾ ਸਰੂਪ ਹੀ ਬਣਾ ਲੈਣਾ ਕਰੋ। ਤੁਮ ਗੰਭੀਰ ਧੀਰ ਉਪਕਾਰੀ, हे ਪਰਮੇਸ਼ਰ ਤੁਸੀਂ ਡੂੰਘੇ ਧੀਰਜਤਾ ਵਾਲੇ ਅਤੇ ਉਪਕਾਰ ਕਰਨ ਵਾਲੇ ਹੋ। ਹਮ ਕਿਆ ਬਪਰੇ ਜੰਤਰੀਆ, ਅਤੇ ਅਸੀਂ ਵਿਚਾਰੇ ਤੁਸ਼ ਜੀਵ ਤੇਰੇ ਬਰਾਬਰ ਭਲਾ ਕੀਆ, ਭਾਵ ਕੁਝ ਵੀ ਨਹੀਂ ਹੈ। ਗੁਰ ਕਿਰਪਾਲ ਨਾਨਕ ਹਰ ਮਿਲਿਓ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ ਪਰਮੇਸ਼ਰ, ਜਦ ਅਸਾਂ ਜੀਵਾਂ ਦੇ ਸਤਿਗੁਰੂ ਸਾਹਿਬ ਜੀ ਮਿਹਰਬਾਨ ਹੋਏ ਤਾਂ ਤੇਰੇ ਨਾਲ ਮਿਲਣਾ ਕੀਤਾ। ਤੋ ਮੇਰੀ ਸੂਖ ਸੇ ਜਰੀਆ, ਅਤੇ ਤਦ ਹੀ ਸਾਡੀ ਅੰਤਰਕਰਨ ਜਾਂ ਸ਼ਰਧਾ ਰੂਪ ਸਿਰਜ ਸੁਖ ਦੇ ਸਹਿਤ ਹੋਈ ਹੈ। ਸਾਰਗ ਮਹਲਾ ਪੰਜਵਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰਿੰਗ ਰਾਗ ਦੇ ਅੰਦਰ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਣ ਵਾਲੇ ਦਿਨ ਨੂੰ ਸਫਲ ਸਮਝਦੇ ਹੋਏ ਮਨ ਨੂੰ ਸੰਬੋਧਨ ਕਰਦਿਆਂ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਾਨਿਓ ਦਿਨਸ ਧਨ ਪਰਵਾਨਾ, हे ਮਨਾ ਉਹ ਦਿਨ ਧਨਤਾ ਦੀ ਜੋ ਅਤੇ ਪ੍ਰਮਾਣਿਕ ਹੈ। ਸਫਲ ਤੇ ਘਰੀ ਸੰਜੋਗ ਸੁਹਾਵੇ, ਉਹ ਘੜੀ ਵੀ ਸਫਲੀ ਹੈ ਜਦ ਗੁਰਾਂ ਦੇ ਦਰਸ਼ਨ ਕੀਤੇ। ਉਹ ਸੰਜੋਗ ਮਿਲਾਪ ਦਾ ਸਮਾਂ ਵੀ ਸ਼ੋਭਨੀਕ ਹੈ ਜਦ ਗੁਰਾਂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਸਤਿਗੁਰ ਸੰਗ ਗਿਆਨਾ, ਜਦ ਸਤਿਗੁਰਾਂ ਦੀ ਸੰਗਤ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਉਹ ਸਮਾਂ ਵੀ ਸਫਲਾ ਹੈ। ਧੰਨ ਸੁਵੀਲਾ ਜਿਤ ਦਰਸ਼ਨ ਕਰਨਾ, ਹਉ ਭਲਿਹਾਰੀ ਸਤਿਗੁਰ ਚਰਨਾ, ਜੀਅ ਕੇ ਦਾਤੇ ਪ੍ਰੀਤ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਧੰਨ ਸੁਭਾਗ ਧੰਨ ਸੁਹਾਗਾ। ਇਹ ਪਰਮੇਸ਼ਰ ਉਹਨਾਂ ਗੁਰਮੁਖ ਜਨਾਂ ਦਾ ਸੁਭਾਗ ਸ੍ਰੇਸ਼ਟ ਕਰਮ ਨਿਸ਼ਕਾਮ ਕਰਮ ਧਨਤਾ ਦੀ ਯੋਗ ਹੈ। ਤੇਰੀ ਪ੍ਰਾਪਤੀ ਦਾ ਸੁਹਾਗਾ ਆਨੰਦ ਵੀ ਧਨਤਾ ਦੀ ਯੋਗ ਹੈ। ਧਨ ਦੇਤ ਜਿਨ ਮਨ, ਧਨਤਾ ਦੀ ਯੋਗ ਗੁਰਾਂ ਦਾ ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਉਪਦੇਸ਼ ਮੰਨਿਆ, ਜਾਂ ਧਨ ਦਾ ਯੋਗ ਗੁਰਾਂ ਨੇ ਜਿਨ੍ਹਾਂ ਨੂੰ ਤੇਰੇ ਸਰੂਪ ਦੀ ਸਖਿਆਤ ਦਾ ਮਨ ਸਤਿਕਾਰ ਦੇਤ ਦੇਣਾ ਕੀਤਾ ਹੈ। ਅਤੇ ਇਹੋ ਧਨ ਤੁਮਰਾ ਸਭ ਗ੍ਰਹਿ ਧਨ ਤੁਮਰਾ। ਉਹਨਾਂ ਗੁਰਮੁਖਾਂ ਦਾ ਐਸਾ ਨਿਸ਼ਚਾ ਹੈ ਇਹ ਪਰਮੇਸ਼ਰ ਇਹ ਸੂਖਮ ਸਤੂਲ ਕਾਰਨ ਜੋ ਸਰੀਰ ਨੇ ਇਹ ਵੀ ਤੇਰੀ ਨੇ, ਸਭ ਤੇਰਾ ਹੀ ਹੈ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਏਲ ਕਰਤ ਵਿੱਚ ਸੁਆਮੀ ਮੇਰਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ।
ਇਹ ਸਾਰਾ ਜੋ ਗ੍ਰਹਿ ਘਰ ਅਤੇ ਧਨ ਪਦਾਰਥ ਇਹ ਵੀ ਤੇਰਾ ਹੀ ਹੈ। ਈਓ ਕੀਓ ਕੁਰਬਾਨਾ, ਅਤੇ ਅਸੀਂ ਆਪਣਾ ਹਿਰਦਾ ਵੀ ਤੇਰੇ ਉੱਪਰੋਂ ਬਲਿਹਾਰ ਕਰਦੇ ਹਾਂ। ਕੋਟ ਲੱਖ ਰਾਜ ਸੁਖ ਪਾਏ, हे परमेश्वर अकाल पुरख जी, ਇਕਾ ਨਿਮਖ ਪੇਖ ਦ੍ਰਿਸ਼ਟਾਨਾ, ਇੱਕ ਸ਼ਿਰ ਮਾਤਰ ਵੀ ਮਿਹਰ ਦੀ ਦ੍ਰਿਸ਼ਟੀ ਨਾਲ ਜਿਨ੍ਹਾਂ ਵੱਲ ਤੂੰ ਵੇਖਣਾ ਕੀਤਾ ਹੈ ਉਹਨਾਂ ਨੇ ਲੱਖਾਂ ਤੇ ਕਰੋੜਾਂ ਰਾਜ ਪਦਾਰਥਾਂ ਦੇ ਸੁੱਖ ਨੂੰ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਕੋਟ ਲੱਖ ਰਾਜ ਸੁਖ ਪਾਏ, ਉਹੀ ਕਰੋੜਾਂ ਖਜ਼ਾਨਿਆਂ ਦਾ ਮਾਲਕ ਹੈ, ਉਹੀ ਲੱਖਾਂ ਫੌਜਾਂ ਦਾ ਮਾਲਕ ਹੈ ਅਤੇ ਉਸਨੇ ਹੀ ਲੱਖਾਂ ਦੇਸ਼ਾਂ ਦੇ ਰਾਜ ਦੇ ਸੁੱਖ ਨੂੰ ਪਾਉਣਾ ਕੀਤਾ ਹੈ। ਇਕਾ ਨਿਮਖ ਪੇਖ ਦ੍ਰਿਸ਼ਟਾਨਾ, ਜਿਨ੍ਹਾਂ ਦੇ ਵੱਲ ਤੂੰ ਇੱਕ ਅੱਖ ਦੇ ਖੋਲਣ ਤੇ ਬੰਦ ਕਰਨ ਜਿੰਨੇ ਸਮੇਂ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਣਾ ਕੀਤਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਜੋ ਕਹੋ ਮੁਖ ਹੋ ਸੇਵਕ ਇਹ ਬੈਸੀਐ, ਇਹ ਪਰਮੇਸ਼ਰ ਜਦੋਂ ਤੂੰ ਮੁਖ ਨਾਲ ਇਹ ਕਹਿਣਾ ਕਰੇ, ਇਹ ਸੇਵਕ ਤੂੰ ਇੱਥੇ ਆ ਕੇ ਬੈਠਣਾ ਕਰ, ਭਾਵ ਤੂੰ ਆਦਰ ਦੇਣਾ ਕਰੇ, ਤਾਂ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ। ਸੁਖ ਨਾਨਕ ਅੰਤ ਨਾ ਜਾਣਾ, ਉਸ ਸੁਖ ਦਾ ਅੰਤ ਅਖੀਰ ਨਹੀਂ ਜਾਣਿਆ ਜਾ ਸਕਦਾ। ਜਾਂ ਇਸ ਪ੍ਰਕਾਰ ਜੋ ਕਹ ਮੁਖ ਸੇਵਕ ਇਹ ਬੈਸੀਐ, ਜਦੋਂ ਤੂੰ ਮੁਖੋਂ ਕਹਿਣਾ ਕਰੇ ਕਿ हे ਸੇਵਕ ਤੂੰ ਸਾਡੇ ਇਸ ਅਧਿਸ਼ਠਾਨ ਸਰੂਪ ਰੂਪ ਸਿੰਘਾਸਨ ਉੱਤੇ ਆ ਕੇ ਬੈਠਣਾ ਕਰ, ਭਾਵ ਸਾਡੇ ਵਿੱਚ ਏਕਤਾ ਪਾਉਣਾ ਕਰ, ਤਾਂ ਉਸ ਜੀਵ ਈਸ਼ ਦੀ ਏਕਤਾ ਦੇ। ਸੁਖ ਨਾਨਕ ਅੰਤ ਨਾ ਜਾਣਾ, ਸੁਖ ਆਨੰਦ ਦਾ ਅੰਤ ਨਹੀਂ ਜਾਣਿਆ ਜਾ ਸਕਦਾ, ਕਿਤਨਾ ਆਨੰਦ ਹੈ। ਸਾਰਗ ਮਹੱਲਾ ਪੰਜਵਾ, ਨਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਅਬ ਮੋਰੋ ਸੈਸਾ ਦੁਖ ਗਿਆ, ਇਹ ਸੰਤ ਜਨੋ ਹੁਣ ਮੇਰਾ ਜੰਮਣ ਮਰਨ ਦੀ ਦੇਣ ਵਾਲਾ ਸਹਿਸਾ ਸੰਸਾਰ ਅਤੀ ਅਗਿਆਨ ਦਾ ਜੋ ਦੁੱਖ ਸੀਗਾ ਉਹ ਚਲਿਆ ਗਿਆ ਹੈ। ਔਰ ਉਪਾਵ ਸਗਲ ਤਿਆਗ ਛੋਡੇ, ਹੋਰ ਯੋਗਾ ਅਭਿਆਸ ਕਰਨਾ, ਕਰਮ ਕਾਂਡ ਕਰਨਾ ਇਤਿਆਦਿਕ ਸਾਰੀ ਯਤਨ ਤਿਆਗਣੇ ਯੋਗ ਜਾਣ ਕੇ ਅਸਾਂ ਨੇ ਛੱਡ ਦਿੱਤੇ ਹਨ। ਸਤਿਗੁਰ ਸਰਣ ਪਿਆ, ਅਤੇ ਮੈਂ ਇੱਕ ਸਤਿਗੁਰੂ ਸੱਚੇ ਗੁਰੂ ਦੀ ਓਟ ਦੇ ਵਿੱਚ ਪਿਆ ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਰਬ ਸਿੱਧ ਕਾਰਜ ਸਭ ਸਵਰੇ, ਸਾਰੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਨੇ, ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਨੇ ਅਤੇ ਸਾਰੇ ਪਰਮਾਰਥ ਅਤੇ ਵਿਵਹਾਰਕ ਕਾਰਜ ਕੰਮ ਸਬਰ ਗਏ ਹਨ। ਅਹੰ ਰੋਗ ਸਗਲ ਹੀ ਖਇਆ, ਹਮੇ ਰੂਪ ਰੋਗ ਵੀ ਸਾਰਾ ਹੀ ਖਇਆ ਨਾਸ਼ ਹੋ ਗਿਆ ਹੈ। ਕੋਟ ਪਰਾਤ ਖਿਨ ਮਹਿ ਖਾਓ ਭਈ ਹੈ, ਤਦ ਕਰੋੜਾਂ ਜਨਮਾਂ ਦੇ ਗੁਨਾਹਾਂ ਦੇ ਗੁਰਾਂ ਦੇ ਦਰਸ਼ਨ ਕਰਕੇ
ਇੱਕ ਛਿਣ ਦੇ ਵਿੱਚ ਨਾਸ਼ਮਾਨਤਾ ਨਿਵਰਤੀ ਹੋਈ ਹੈ। ਗੁਰ ਮਿਲ ਹਰ ਹਰ ਕਹਿਆ, ਜਦੋਂ ਗੁਰਾਂ ਦੇ ਨਾਲ ਮਿਲਾਪ ਕਰਕੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਵਾਰ-ਵਾਰ ਕਹਿਣਾ ਕੀਤਾ, ਉਚਾਰਨਾ ਕੀਤਾ। ਪੰਚ ਦਾਸ ਗੁਰ ਵਸਗਤ ਕੀਨੇ, ਜਿਨ੍ਹਾਂ ਨੇ ਪੰਜੇ ਕਾਮਰੂਪ ਨੂੰ ਹੰਕਾਰ ਸੋ ਸੇਵਕ ਬਣਾਇਆ ਹੋਇਆ ਸੀ, ਜਿਨ੍ਹਾਂ ਪੰਜਾਂ ਵਿਕਾਰਾਂ ਨੇ ਉਹ ਸਤਿਗੁਰਾਂ ਨੇ ਅਧੀਨ ਕਰ ਦਿੱਤੇ ਹਨ। ਜਾਂ ਪੰਜੇ ਕਾਮਰੂਪ ਦਾਦਕ ਦੇ 10 ਇੰਦਰੀਆਂ, 5 ਕਰਮ ਤੇ 5 ਗਿਆਨ ਇੰਦਰੀ ਦੀ ਗੁਰਾਂ ਨੇ ਵਸਗਤ ਚਾਲ ਵਸ ਵਿੱਚ ਕਰ ਦਿੱਤੀ ਹੈ। ਮਨ ਨਿਹਚਲ ਨਿਰਭਇਆ, ਹੁਣ ਜੋ ਮਨ ਚਿੱਤ ਸੀਗਾ ਉਹ ਅਚਲ ਸਰੂਪ ਦੇ ਵਿੱਚ ਸਥਿਤ ਹੋ ਕੇ ਨਿਰਭਉ ਹੋ ਗਿਆ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਆਏ ਨਾ ਜਾਵੇ ਨਾ ਕਤਹੀਂ ਡੋਲੇ, ਮੇਰਾ ਅਧਿਕਾਰੀ ਦਾ ਚਿੱਤ ਸਰੂਪ ਦੇ ਵਿੱਚ ਲੀਨ ਹੋਣ ਕਰਕੇ ਨਾ ਤਾਂ ਆਉਂਦਾ ਹੈ ਅਤੇ ਨਾ ਹੀ ਕਿਤੇ ਬ੍ਰਹਮ ਲੋਕ ਸਵਰਗ ਲੋਕ ਆਦਿਕ ਦੇ ਪਦਾਰਥਾਂ ਦੇ ਵਿੱਚ ਸੋ ਜਾਂਦਾ ਹੈ, ਡੋਲਦਾ ਨਹੀਂ ਹੈ। ਭਾਵ ਦੁਨੀਆ ਦੇ ਸੁੱਖ ਦੇਖ ਕੇ ਮਨ ਭਟਕਦਾ ਨਹੀਂ ਹੈ। ਡਿੱਗੈ ਨਾ ਡੋਲੇ, ਦ੍ਰਿੜ ਕਰ ਰਹੀ ਹੋ, ਪੂਰਨ ਹੋਏ ਤ੍ਰਿਪਤਾਨੀ। ਫਿਰ ਨਾਨਕ ਰਾਜਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮਨ ਐਸੇ ਸਰੂਪਾਨੰਦ ਰੂਪ ਰਾਜ ਵਿੱਚ ਅਸਥਿਤ ਹੋ ਗਿਆ ਹੈ, ਜਾਂ ਗੁਰਾਂ ਨੇ ਸਰੂਪਾਨੰਦ ਰੂਪ ਰਾਜ ਹਿਰਦੇ ਵਿੱਚ ਸਥਿਤ ਕਰ ਦਿੱਤਾ, ਟਿਕਾ ਦਿੱਤਾ ਹੈ। ਜਾਂ ਰਜਿਆ ਪ੍ਰਕਾਸ਼ ਨੂੰ ਪਰਮੇਸ਼ਰ ਵਿੱਚ ਚਿੱਤ ਅਸਥਿਤ ਹੋ ਗਿਆ ਹੈ। ਸਾਰਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪ੍ਰਭ ਮੇਰੋ ਮੇਰਾ ਪਰਮੇਸ਼ਰ ਹੈ, ਇਤੇ ਉਤ ਸਦਾ ਸਹਾਈ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਹਮੇਸ਼ਾ ਸਹਾਇਕ ਹੈ। ਐਸੋ ਸਹਾਈ ਹਰ ਕੋ ਨਾਮ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜੈ ਮਾਤ ਪਿਤਾ ਸੁਧ ਮੀਤ ਨ ਭਾਈ, ਮਨ ਉਹ ਨਾਮ ਤੇਰੇ ਸੰਗ ਸਹਾਈ। ਸਹਾਇਤਾ ਕਰਨ ਵਾਲਾ ਜਿੱਥੇ ਮਾਂ ਪਿਓ ਦੀ ਵੀ ਪਹੁੰਚ ਨਹੀਂ, ਆਪ ਦਾ ਵੀ ਕੋਈ ਯਤਨ ਨਹੀਂ, ਇਸ ਲਈ ਉਸ ਨੂੰ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਸਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੀ ਸਾਹ। ਸੱਜਣ ਤੇ ਸੱਚਾ ਪਾਤਸ਼ਾਹ ਆਖਿਆ ਹੈ, ਜਿਹੜਾ ਔਖੀ ਵੇਲੇ ਸਹਾਇਤਾ ਕਰਦਾ ਹੈ, ਔਖੀ ਘੜੀ ਨਾ ਦੇਖਣ ਦੇ, ਆਪਣਾ ਪਿਰਦ ਸੰਭਾਲੇ, ਹਾਥ ਦੀ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਮਨ ਮੋਹਨ ਮੇਰੇ ਜੀ ਕੋ ਪਿਆਰੋ, ਭਗਤਾਂ ਦੇ ਜਾਂ ਮੇਰੇ ਮਨ ਨੂੰ ਮੋਹਿਤ ਕਰਨ ਵਾਲਾ ਪਰਮੇਸ਼ਰ ਮੇਰੇ ਹਿਰਦੇ ਦਾ ਅਤੀ ਪਿਆਰਾ ਹੈ। ਕਵਨ ਕਹਾ ਗੁਣ ਗਾਈ, ਮੈਂ ਪਰਮੇਸ਼ਰ ਦੇ ਕਿਹੜੇ ਕਿਹੜੇ ਗੁਣਾਂ ਨੂੰ ਗਾ ਕੇ ਕਹਿਣਾ ਕਰਾਂ, ਕਿਉਂਕਿ ਪਰਮੇਸ਼ਰ ਦੇ ਬੇਅੰਤ ਗੁਣ ਹਨ, ਕਹੇ ਨਹੀਂ ਜਾ ਸਕਦੇ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ, ਖੇਲ ਖਿਲਾਏ ਲਾੜ ਲੜਾਵੇ,
ਬ੍ਰਹਮਾਨੰਦ ਰੂਪ ਲਾਡ ਲੜਾਉਂਦਾ ਹੈ। ਸਦਾ ਸਦਾ ਅਰਦਾਈ ਮੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਭੁੱਲੇ ਚੁੱਕੇ ਬਾਰਕ ਤੂੰ ਗੁਰ ਪਿਤਾ ਮਾਇਆ ਅਤੇ ਸਦਾ ਸਦਾ ਸੁਖ ਸਰੂਪ ਜਾਂਦੀ ਵਿਸ਼ ਦੀ ਇਕਤਾ ਦਾ ਆਨੰਦ ਦੇਣ ਵਾਲਾ ਹੈ। ਜਾਂ ਤਾਈ ਦਵੈਤ ਨੂੰ ਅਨਰਹਿਤ ਕਰਕੇ ਅਦਵੈਤ ਪਦ ਵਿੱਚ ਲੀਨ ਦਾ ਕਰਾ ਕੇ ਸਦਾ ਸਦਾ ਸਵੈ ਪ੍ਰਕਾਸ਼ ਰੂਪ ਦਾ ਆਨੰਦ ਆਦਿਕ ਬਖਸ਼ ਦਿੰਦਾ ਹੈ। ਪ੍ਰਤਪਾਲੈ ਬਾਰਕ ਕੀ ਨਿਆਈ ਸਾਧ ਸੰਗਤ ਜੀਓ, ਬੱਚੇ ਦੀ ਤਰ੍ਹਾਂ ਪਰਮੇਸ਼ਰ ਸਾਡੀ ਪ੍ਰਤਪਾਲਨਾ ਕਰਨੇ ਵਾਲਾ ਹੈ। ਪ੍ਰਤ ਨਾਮ ਤਾਈ ਸਾਡੇ ਤਾਈ ਪਾਲਣਾ ਕਰਦਾ ਹੈ। ਜੈਸੇ ਮਾਤ ਪਿਤਾਈ ਮਾਂ ਦਾ ਪਤਾ ਨਹੀਂ ਕਿੱਥੇ ਹੈ, ਪਿਓ ਪਤਾ ਨਹੀਂ ਕਿੱਥੇ ਹੈ, ਪਰ ਪਰਮੇਸ਼ਰ ਤਾਂ ਸਦਾ ਅੰਗ ਸੰਗੀ ਭੰਗਨ ਬਿਗੂਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ ਭਾਏ ਨਾ ਸਾਕੈ ਜਾਲੇ। ਇਉਂ ਮਹਾਰਾਜ ਦਾ ਅੰਗ ਸੰਗ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਪਾਲਣਾ ਕਰਦੇ ਨੇ, ਇੰਜ ਵਾਹਿਗੁਰੂ ਹੀ ਸਾਡਾ ਗੁਰੂ ਹੀ ਸਾਡੇ ਤਾਈਂ ਪਾਲਣਾ ਕਰਨੇ ਵਾਲਾ ਹੈ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ तुम ही प्रतिपालो हम बारक तुमरे धारे। जिह्वा एक कमन गुण कहिए बेसुमार बेअंत स्वामी तिरुअंत नक नहीं लहिए। तिस बिना निमख नहीं रह सकिया। तिस प्यारे प्रभु तो बिना ਅੱਖ ਦੇ ਝਮਕਣ ਜਿੰਨੇ ਸਮੇਂ ਲਈ ਵੀ ਨਹੀਂ ਰਹਿ ਸਕੀਦਾ। ਬਿਸਰੈ ਨਾ ਕਬਹੁ ਜਾਈ। ਸੋ ਜੋ ਪਰਮੇਸ਼ਰ ਹੈ ਉਹ ਕਦੇ ਵੀ ਮੈਨੂੰ ਭੁੱਲ ਨਹੀਂ ਜਾਂਦਾ। ਸੁਖ ਬਿਸਰੈ ਜੇ ਘਾਲ ਨਾ ਪਾਨੈ, ਸੋ ਕਿਉ ਬਿਸਰੈ ਜੇ ਕੀਆ ਜਾਨੈ, ਸੋ ਕਿਉ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਜਿਨੇ ਸਾਨੂੰ ਜੀਵਨ ਦਾਨ ਦਿੱਤਾ ਉਹ ਭਲਾ ਕਿਉਂ ਭੁੱਲੇ ਜੀ। ਉੱਚੀ ਬੋਲ ਕੇ ਕਹਿ ਦੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੁਖ ਬਿਸਰੈ ਜੀ ਅਗਲ ਮੈਂ ਰੱਖੈ। ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਦੀ ਜਠਰਾਗਣੀ ਤੋਂ ਰੱਖਿਆ ਕੀਤੀ। ਹੁਣ ਵੀ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਰੂਪੀ ਅੱਗ ਤੋਂ ਰੱਖ ਲਿਆ। ਸੁਖ ਬਿਸਰੈ ਗੁਰ ਪ੍ਰਸਾਦ ਕੋ ਬਿਰਲਾ ਰੱਖੈ। ਸੋ ਕਿਉ ਬਿਸਰੈ ਜੀ ਵਿਖਤੇ ਕੱਢ, ਸੋ ਕਿਉ ਬਿਸਰੈ ਜੀ ਟੂਟਾ ਕੱਢ, ਸੋ ਕਿਉ ਬਿਸਰੈ ਜੀ ਨੇ ਸਭ ਕੁਛ ਦੀਆ। ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਕਿਉਂ ਭੁੱਲਣ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤ। ਆਖਾ ਜੀਵਾ ਬਿਸਰੈ ਮਰ ਜਾਓ, ਆਖਣੀ ਔਖਾ ਸਾਚਾ ਨਾਉ। ਤਿਸ ਬਿਨ ਨਿਮਖ ਨਹੀਂ ਰਹਿ ਸਕੀ ਹੈ। ਇੱਕ ਨਿਮਖ ਮਾਤਰ ਥੋੜੇ ਜਿੰਨੇ ਸਮੇਂ ਵਿੱਚ ਵੀ ਮੈਂ ਮਹਾਰਾਜ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਬਹੁਤ ਉੱਚੀ ਅਵਸਥਾ ਹੈ। ਔਰ ਕਦੀ ਵੀ ਉਹ ਵਾਹਿਗੁਰੂ ਸਾਨੂੰ ਭੁੱਲ ਨਹੀਂ ਜਾਂਦਾ ਹੈ। ਇੱਕ ਨਿਮਖ ਜੇ ਬਿਸਰੈ ਜੇ ਸੁਆਮੀ ਜਾਨੋ ਕੋਟ 3 ਲੱਖ ਬਰੀ ਹੈ। ਇਉਂ ਜੇ ਇੱਕ ਨਿਮਖ ਮਾਤਰ ਵੀ ਭੁੱਲ ਜਾਂਦੇ ਜਾਵੇ ਤਾਂ ਕਰੋੜਾਂ ਲੱਖਾਂ ਦੇਣਾ मैं समझदा कि बतीत हो गए हैं। निमख न बिसरो ये मोरे थे। इसलिए मेरी यही अरदास है कि मेरे हृदय विचों एक निमख मात्र भी ना भुलो जी। बिसरत जाई हो मरत मैं आपदे नाम भुलन तो इहो मर जाता। जो मछली बन पानी है यो जीवन पावे। बोध विहुना चातर को क्यों कर तृप्तावे। नाथ कुरंग बेदिया सरमुख उठतावे। भवन लोभी को सब बासका मिला बंधावे। त्यों सत जना हर प्रीत है देख दस अगावे। जिवें मच्छी पानी तो बगैर मर जाती है,
ਜਿਹੜਾ ਭੌਰਾ ਹੈ ਉਹਦਾ ਸੁਗੰਧੀ ਨਾਲ ਪ੍ਰੇਮ ਹੈ। ਇਉਂ ਜੀਵ ਵੱਖ ਵੱਖ ਵਿਸ਼ਿਆਂ ਦੇ ਅਧੀਨ ਹਨ। ਇਉਂ ਮਹਾਰਾਜ ਅਸੀਂ ਤਾਂ ਤੇਰੀ ਭਗਤੀ ਦੇ ਅਧੀਨ ਹਾਂ ਜੀ। ਕਹੁ ਨਾਨਕ ਮਿਲ ਸੰਤ ਸੰਗਤ ਤੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਸੰਗਤ ਨਾਲ ਮਿਲਣੇ ਕਰਕੇ ਮਗਨ ਭਈ ਲਿਵ ਲਾਈ। ਉਸ ਪਰਮੇਸ਼ਰ ਵਿੱਚ ਚਿੱਤ ਦੀ ਵਰਤੀ ਲਾ ਕੇ ਅਸੀਂ ਮਸਤ ਹੋ ਗਏ ਹਾਂ। ਸਾਰਗ ਮਹੱਲਾ ਪੰਜਵਾ। ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰਗ ਰਾਗ ਵਿੱਚ ਅਗਲਾ ਸ਼ਬਦ ਉਚਾਰ ਰਹੇ ਨੇ। ਆਪਣਾ ਮੀਤ ਸੁਆਮੀ ਗਾਈਐ। ਬਗਾਨੇ ਨੂੰ ਗਾਉਣ ਦਾ ਕੀ ਫਾਇਦਾ ਜੋ ਪਰਮੇਸ਼ਰ ਆਪਣਾ ਮਾਤਾ ਦੇ ਗਰਭ ਦਾ ਮਿੱਤਰ ਹੈ, ਇਸ ਲੋਕ ਦਾ ਸੁਆਮੀ ਮਾਲਕ ਅਤੇ ਪਰਲੋਕ ਦਾ ਰਾਖਾ ਹੈ। ਉਸ ਦੀ ਜਸ ਨੂੰ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਲਈ ਗਾਉਣਾ ਕਰੀਏ। ਆਸ ਨ ਅਵਰ ਕਹੂੰ ਕੀ ਕੀਜੈ। ਹੋਰ ਕਿਸੇ ਵੀ ਪੁਰਖ ਦੀ ਆਸਾ ਉਮੀਦ ਨਾ ਕਰੀਏ। ਸੁਖ ਦਾਤਾ ਪ੍ਰਭ ਧਿਆਈਐ। ਸੁੱਖਾਂ ਨੂੰ ਦੇਣ ਵਾਲੇ ਪਰਮੇਸ਼ਰ ਨੂੰ ਇੱਕ ਮਨ ਇੱਕ ਚਿਤ ਹੋ ਕੇ ਹੀ ਧਿਆਈਏ, ਆਰਾਧਨਾ ਕਰੀਏ। ਰਹਾਉ ਸ਼ਬਦ ਦੇ ਕਰ ਫਰਮਾਨ ਕਰਦੇ ਨੇ। ਸੁਖ ਮੰਗਲ ਕਲਿਆਣ ਜਿਸ ਸਹਕਾਰ। ਜਿਸ ਦੇ ਸਤਸੰਗਤ ਰੂਪੀ ਘਰ ਵਿੱਚ ਅਚੁੱਤ ਸੁਖ, ਆਤਮਕ ਆਨੰਦ ਅਤੇ ਮੁਕਤੀ ਆਦਿਕ ਸਭ ਕੁਝ ਪ੍ਰਾਪਤ ਹੁੰਦਾ ਹੈ। ਤਿਸ ਹੀ ਸਰਣੀ ਪਾਈਐ। ਇਸ ਪਰਮੇਸ਼ਰ ਦੀ ਹੀ ਨਿਸ਼ਚੈ ਕਰਕੇ ਓਟ ਦੇ ਵਿੱਚ ਆਪਣੇ ਆਪ ਨੂੰ ਪਾਉਣਾ ਕਰੀਏ। ਤਿਸ ਤਿਆਗ ਮਨੁਖ ਜੇ ਸੇਵਾ। ਇਸ ਪਰਮੇਸ਼ਰ ਨੂੰ ਛੱਡ ਕੇ ਜੇ ਕਿਸੇ ਪੁਰਖ ਦੀ ਟਹਿਲ ਕਰੋਗੇ ਤਉ ਲਾਜ ਲੋਨ ਹੋਇ ਜਾਈਐ। ਆਦ ਦੁਨਿਆਵੀ ਸਹਿਸ ਲੱਜਿਆ ਨਾਲ ਲੂਣ ਵਾਂਗ ਘੁਲ ਜਾਈਦਾ, ਖਰ ਜਾਈਦਾ। ਭਾਵ ਜੀਵਨ ਵਿੱਚ ਕੋਈ ਵੀ ਪਰਮਾਰਥ ਦਾ ਲਾਭ ਪ੍ਰਾਪਤ ਨਹੀਂ ਹੁੰਦਾ। ਜਿਵੇਂ ਪਾਣੀ 'ਚ ਲੂਣ ਗਲ ਜਾਂਦਾ, ਤਿਵੇਂ ਜੀਵ ਦਾ ਲੱਜਿਆ ਰੂਪੀ ਪਾਣੀ ਵਿੱਚ ਗਲਣਾ ਹੁੰਦਾ। ਤਿਵੇਂ ਸ਼ਰਮਿੰਦਗੀ ਰੂਪ ਪਾਣੀ ਵਿੱਚ ਲੂਣ ਦੀ ਤਰ੍ਹਾਂ ਘੁਲ ਕੇ ਆਪਣੇ ਆਪ ਦਾ ਅਭਾਵ ਕਰ ਲੈਣਾ ਚਾਹੀਦਾ ਹੈ। ਏਕ ਓਟ ਪਕੜੀ ਠਾਕੁਰ ਕੀ। ਮੈਂ ਤਾਂ ਇੱਕ ਸਵਾਮੀ ਪਰਮੇਸ਼ਰ ਦੀ ਹੀ ਟੇਕ ਓਟ ਪਕੜੀ ਹੈ। ਗੁਰ ਮਿਲ ਮਾਤਾ ਬੁੱਧ ਪਾਈਐ। ਅਤੇ ਗੁਰਾਂ ਨਾਲ ਮਿਲ ਕੇ ਮਤੀ ਦੇ ਅੰਦਰ ਬੋਧ ਵਾਲੀ ਬੁੱਧੀ ਪਾਉਣਾ ਕੀਤੀ ਹੈ। ਗੁਣ ਨਿਦਾਨ ਨਾਨਕ ਪ੍ਰਭ ਮਿਲਿਆ। ਸਤਿਗੁਰੂ ਸਾਹਿਬ ਜੀ ਕਦਰ ਕਰਦੇ ਨੇ ਕਿ ਸਾਨੂੰ ਨਾਨਕ ਗਾਵੀਆ ਗੁਣੀ ਨਿਧਾਨ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਹੀ ਹੈ, ਸੋ ਮਿਲ ਗਿਆ ਹੈ। ਸਗਲ ਚੁਕੀ ਮਹਤਾਈਆ। ਇਸ ਕਰਕੇ ਹੋਰਨਾਂ ਦੀ ਸਾਰੀ ਮੁਤਾਜਗੀ ਨਿਵਰਤ ਹੋ ਗਈ ਹੈ। ਸਾਰਗ ਮਹਲਾ ਪੰਜਵਾ। ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਓਟ ਸਤਾਨੀ ਪ੍ਰਭ ਜੀਉ ਮੇਰਾ। ਇਹ ਮੇਰੇ ਪਰਮੇਸ਼ਰ ਜੀ, ਮੇਰੇ ਹਿਰਦੇ ਵਿੱਚ ਤੇਰੀ ਓਟ, ਤੇਰੀ ਟੇਕ ਸਹਿਤ ਵਿਵੇਕ ਰੂਪ ਵੱਲਦੇ ਹੈ। ਜਾਂ ਲੋਕ ਪਰਲੋਕ ਵਿੱਚ ਤੇਰੀ ਟੇਕ, ਤੇਰੀ ਓਟ ਬੜੀ ਸਤਾਣੀ ਸਹਿਤ ਬਲ ਵਾਲੀ ਹੈ। ਦ੍ਰਿਸ਼ਟ ਨਾ ਲਿਆਵੋ ਅਵਰ ਕਹੂੰ ਕੋ। ਇਹ
ਹੁਣ ਮੈਂ ਹੋਰ ਕਿਸੇ ਨੂੰ ਵੀ ਆਪਣੀ ਨਿਗਾਹ ਦੇ ਵਿੱਚ ਨਹੀਂ ਲਿਆਉਂਦਾ। ਮਾਨ ਮਹਤ ਪ੍ਰਭ ਤੇਰਾ, ਕਿਉਂਕਿ हे ਪਰਮੇਸ਼ਰ ਮੈਨੂੰ ਤੇਰਾ ਹੀ ਲੋਕ ਪਰਲੋਕ ਦੇ ਵਿੱਚ ਸਤਿਕਾਰ ਅਤੇ ਸਰੂਪਾਨੰਦ ਦਾ ਮਰਾਤਬਾ ਬਖਸ਼ਿਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਅੰਗੀਕਾਰ ਕੀਓ ਪ੍ਰਭ ਆਪਣਾ। ਪਰਮੇਸ਼ਰ ਨੇ ਆਪਣਾ ਸੇਵਕ ਜਾਣ ਕੇ ਮੇਰਾ ਪੱਖ ਕੀਤਾ ਹੈ, ਪਾ ਮੈਨੂੰ ਆਪਣੀ ਸ਼ਰਨ ਵਿੱਚ ਗ੍ਰਹਿਣ ਕਰ ਲਿਆ ਹੈ। ਕਾਢ ਲਿਆ ਬਿਖ ਘੇਰਾ, ਹਰ ਵਿਸ਼ੇ ਰੂਪੀ ਜ਼ਹਿਰ ਦੇ ਘੇਰੇ ਵਿੱਚੋਂ ਮਹਾਰਾਜ ਨੇ ਮੈਨੂੰ ਬਾਹਰ ਕੱਢ ਲਿਆ ਹੈ। ਅੰਮ੍ਰਿਤ ਨਾਮ ਔਖਦ ਮੁਖ ਦੀਨਾ, ਸੋ ਮੇਰੇ ਮੂੰਹ ਦੇ ਵਿੱਚ ਵਿਸ਼ਿਆਂ ਦੀ ਨਿਵਰਤੀ ਵਾਲਾ ਨਾਮ ਅੰਮ੍ਰਿਤ ਰੂਪ ਦਾਰੂ ਪਾ ਦਿੱਤਾ ਹੈ, ਜੋ ਪ੍ਰਤੱਖ ਵਾਹਿਗੁਰੂ 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 ਉਚਾਰਨਾ ਹੈ। ਇਹ ਸਮਝ ਲਓ ਕਿ ਦਵਾਈ ਦਿੱਤੀ ਹੈ, ਜਾਂ ਅੰਤःਕਰਨ ਰੂਪੀ ਮੁਖ ਦੇ ਵਿੱਚ ਔਖਦ ਹਰਕਾ ਨਾਮ ਹੈ, ਜਿਤ ਰੋਗ ਨਾ ਵਿਆਪੈ। ਵਾਹਿਗੁਰੂ ਨਾਮ ਦਵਾਈ ਦੀ ਤਰ੍ਹਾਂ ਵਸਾ ਦਿੱਤਾ ਹੈ। ਜਾਏ ਪਿਆ ਗੁਰ ਪੈਰੈ, ਇਹ ਬਖਸ਼ਿਸ਼ ਮੈਨੂੰ ਤਾਂ ਹੋਈ ਜਦੋਂ ਮੈਂ ਪੂਰੇ ਗੁਰਾਂ ਦੇ ਚਰਨਾਂ ਦੇ ਵਿੱਚ ਜਾ ਪਿਆ। ਕਵਨ ਉਪਮਾ ਕਹੋ ਏਕ ਮੁਖ, ਇਹ ਪਰਮੇਸ਼ਰ ਮੇਰਾ ਮੂੰਹ ਤਾਂ ਇੱਕ ਹੈ, ਇੱਕ ਮੂੰਹ ਦੇ ਨਾਲ ਤੇਰੀ ਕਿਹੜੀ ਕਿਹੜੀ ਉਪਮਾ ਮਹਿਮਾ ਮੈਂ ਕਥਨ ਕਰਾਂ, ਕਿਉਂਕਿ ਤੇਰੀ ਮਹਿਮਾ ਬੇਅੰਤ ਹੈ। ਨਿਰਗੁਣ ਕੇਤਾ ਤੇਰਾ, ਇਹ ਪਰਮੇਸ਼ਰ ਤੁਸੀਂ ਗੁਣਾਂ ਤੋਂ ਹੀਣੇ ਪੁਰਖਾਂ ਦੇ ਦਾਤੇ ਹੋ, ਮੇਰੇ ਗੁਣਾਂ ਤੋਂ ਹੀਣੇ ਦਾਤੇ ਪਰਮੇਸ਼ਰ ਜੀ। ਮੈਂ ਇੱਕ ਮੂੰਹ ਦੇ ਨਾਲ ਕਿਵੇਂ ਤੇਰੇ ਸਾਰੇ ਗੁਣਾਂ ਨੂੰ ਕਹਿ ਸਕਦਾ ਹਾਂ। ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟ ਤੇ ਹਾਵੇ ਕੋ। ਸਹਿਸ ਫਨੀ ਜਪਿਓ ਸਿੱਖ ਨਾਗੈ, ਹਰ ਜਪਤਿਆ ਅੰਤ ਨਾ ਪਾਵੇ ਗੋ। ਕਾਟ ਸੇ ਲਗਾਏ ਜੋ ਆਪਣਾ ਕੀਨੋ, ਪਰਮੇਸ਼ਰ ਜਦੋਂ ਦਾ ਤੂੰ ਮੋਹ ਜਾਂ ਵਾਸ਼ਨਾ ਜਾਂ ਜਮਾਂ ਦੀ ਫਾਹੀ ਕੱਟ ਕੇ ਆਪਣਾ ਸੇਵਕ ਬਣਾ ਲੈਣਾ ਕੀਤਾ ਹੈ। ਨਾਨਕ ਸੁਖ ਕਨੇਰਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਤਦੋਂ ਦੀ ਘਣੇ ਆਤਮਕ ਆਨੰਦ ਰੂਪੀ ਸੁਖ ਦੀ ਪ੍ਰਾਪਤੀ ਹੋ ਗਈ ਹੈ। ਸਾਰਕ ਮਹਲਾ ਪੰਜਵਾ, ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਰਗ ਰਾਗ ਵਿੱਚ ਸ਼ੋਭਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪ੍ਰਭ ਸਿਮਰਤ ਦੁਖ ਬਿਨਾਸੀ, ਪਰਮੇਸ਼ਰ ਦਾ ਸਿਮਰਨ ਕਰਨੀ ਕਰਕੇ ਸਾਰੇ ਜੰਮਣ ਮਰਨ ਆਦਿਕ ਦੇ ਕਸ਼ਟ ਨਾਸ਼ ਹੋ ਗਏ ਨੇ, ਜਾਂ ਦੁੱਖਾਂ ਦੀ ਨਿਵਰਤੀ ਹੋ ਗਈ ਹੈ। ਭਇਓ ਕਿਰਪਾਲ ਜੀ ਸੁਖ ਦਾਤਾ, ਜਦ ਜੀਵਾਂ ਦੇ ਤਾਈ ਸੁਖ ਦੇਣ ਵਾਲਾ ਪਰਮੇਸ਼ਰ ਕਿਰਪਾਲੂ ਦਿਆਲੂ ਹੋਇਆ। ਹੋਈ ਸਗਲ ਖਲਾਸੀ, ਤਾਂ ਮਾਇਆ ਦੇ ਮੋਹ ਤੋਂ ਜਾਂ ਮਾਤਾ ਦੇ ਗਰਭ ਤੋਂ ਜਾਂ ਮਾਦਕ ਤੋਂ ਇਹਨਾਂ ਸਭ ਬੰਧਨਾਂ ਤੋਂ ਮੁਕਤੀ ਹੋ ਗਈ। ਬੰਦ ਖਲਾਸੀ ਪਾਣੇ ਹੋਏ ਵਿਸ਼ਿਆਂ ਦੇ ਵੱਲੋਂ ਸਾਡਾ ਛੁਟਕਾਰਾ ਹੋ ਗਿਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਅਮਰ ਨਾ ਕੋ ਸੂਝੈ ਪ੍ਰਭ ਬਿਨਾ, ਹੁਣ ਪਰਮੇਸ਼ਰ ਤੋਂ ਬਿਨਾ ਮੈਨੂੰ ਕੋਈ ਹੋਰ ਕੇਵਲ ਮੁਕਤੀ ਦੇਣ ਵਾਲਾ ਦਾਤਾ ਨਹੀਂ ਸੁਝਦਾ,
नहीं दिसदा। कहो को किस पह जासी। दसो कौन है ते परमेश्वर की शरण तो बगैर मैं किहदे कोल जाना है। भाव मेरा तो कोई है ही नहीं, किसी ही कोई कोए, किसी नूं किसी दा, किसी नूं किसी दा आसरा है। पर मांजन माणी एक तो मैनू तो विचारी नो एक तेरा ही आसरा है। इसलिए मैं तो परमेश्वर के सन्मुख इंज बेनती करती हाँ कि जो जान हो त्यों रखो ठाकुर। स्वामी परमेश्वर जिवें तुसी जानदे हो पाप गुण तो हीने शरधा तो हीने है, तिवें सानू माड़ियां चंगियां आपदी होड़ दे विच आया जान के रख लेना करो जी। जो भावे त्यों रख ले। हम शरण प्रभ आई राम राजे। अब भूल बिगाड़े दिन सुराग हर लाज रखाए। हम बारक तू गुर पिता है दे मत समझाए। जन नानक दास हर कंडिया हर पैज रखाए। जो भावे त्यों राग हर प्रभ तेरिया। केते गणु असंख अवगण मेरिया। असंख्य अवगण खते फेरे नित प्रसद भूलिया। मोह मगन विकराल माया तो प्रसादी खोलिया। लोक करत बेकार बिखड़े प्रभ नेरहू ते नेरिया। बिनवंत नानक दया धारो काढ़ भव जल फेरिया। सब किश तुम ही पासी। सारा कुछ तेरे ही कोल है। भाव अवगुण की निवृत्ति करने वाले ज्ञान आदि गुण सारे तेरे कोल ही हन। हाथ दे राखे प्रभ अपने। जद इंज बेनती की तो अपना कृपा रूपी हथ दे के ते अपने सेवक बना के परमेश्वर ने रख लिया है। सत जीवन अबनासी। इसलिए हुण मैं नाश तो रहत ते सदा रहन वाला जीवन पा लिया है। या सदा रहन वाला जीवन पा के अबनासी पद नो पा लिया है। कहो नानक मन आनंद पाया है। सतगुरु महाराज साहब जी कथन कर दे कि मेरे मन मेरे चित्त विच गुरु उपदेश द्वारा स्वै स्वरूप का आनंद प्रगट होया है। काटी जम की फांसी। पर गुरु ने मेरी जमा दी फाही कट दी है। सारग महला पंजवा। सारग राग दे विच पंजवीं पातशाह श्री गुरु अर्जन देव साहब जी फरमाउंदे ने मेरो मन। हे परमेश्वर जो मेरा मन मेरा चित जत कत तुझ है समारा। ये तां जिथे किथे भी भाव हरेक जगह तेनू ही याद करदा रहिंदा है। हम बारक दीन। हे परमेश्वर असीं तेरे गरीब बच्चे हां। पिता प्रभ मेरे। तुसीं मेरे भाव साडे समर्थ पिता हो। जो जन है तो पार। जिवें जानो तिवें साडे ताईं पालना करो जी। पालन का मतलब ये नहीं भी दुध पियाओ या प्रसादे परौंठे छकाओ। जे गुरुद्वारे आके भी दुध परौंठे की इच्छा नहीं गई तो फिर मेरे मतलब मेरे हिसाब नाल तो इत्थे आउण दा कोई लाभ नहीं है। वो तो घर च ही महाराज ने सब कुछ दिता होया। पर जो इत्थे कथा या कीर्तन इत्थे है वो घर विच नहीं है। तो इस वास्ते ये यही है विशेष तौर पर जिहड़ा भोजन है। पालन का मतलब आत्मा रूह की खुराक। खा खा के तो ढिड वधे पे ने। हुण तां यही अरदास करी दी भी महाराज मैनू हुण तूं थोड़ा जिहा ठा कर दे। पालन का भाव तो शुभ गुणा दे ताईं दे के पालन का मतलब है। इसलिए
महाराज ने लिखा है थाल विच 3 वस्तु पईओ। ये जिहड़ा गुरु ग्रंथ साहिब रूपी थाल है इहदे विच 3 वस्तुआं ने, सत, संतोख, विचार। अज तक झूठ ही नहीं छड्डिया आपां। जिथे मतलब है चलो तो तो बड़ा बंदा सोचे भी इसका मतलब है बेवजह ही। मेरे वर्गों का सुभाव है आ जैकट किन्ने दी लियांदी 800 की लियांदी 200 की। दसो की पैदा होया झूठ बोलने का कोई मतलब निकलिया? बिल्कुल गलत गल है। ना तो किसी को आप मंगने ना किसी ने दे देने ते ना कोई आप व्यापार करना विचों कोई प्रॉफिट खटना। फिर फजूल का झूठ निक्की निक्की गल ते अज तक झूठ नहीं छड्डिया। ते संतोख ना लालच छड्डिया है। जोड़न दा, खाण दा, पीण दा ये गुण नहीं आए हैं। ते ना ही गुरमति विचार अंदर वस पई है। निंदिया, चुगली, ईर्खा, द्वेष यही गल्लां साडे मन दे विच चलदियां रहिंदियां हन। तो इस वास्ते श्री गुरु ग्रंथ साहिब रूपी थाल है जिहदे विच सत पिया है जो अज तक आपां ने ग्रहण नहीं किया। इहदा भोजन ही नहीं खाधा सत दा। सत की है? प्रभु का नाम। नाम तो बगैर जो भी आप गल्लां करते हैं ये सब झूठ ने। गाली अल पलाली आ काम ना आवे मित। ये फजूल अवल टवलियां गल्लां किसी काम नहीं आउंदियां। इंगड़ियां पिघलिंगड़ियां ते रिंगड़ियां माफ करना। बचपन तो लैके हुण तक किसी को भी बैठ जाओ मतलब सानू किसी ना की मतलब। किसी की माँ कोई भैन या कोई भरा है मैं फलानी जगह गया उन्हें आ नहीं किया वो नहीं किया ते फलानी उम्र के असीं इस तरह करते सी उस तरह करते सी असीं इन्नियां बैठकां मार दिंदे असीं आ कीता। फजूल दियां गल्लां जिहदा मतलब ही कोई नहीं। प्रभु के घर प्रभु के नाम की गल होनी चाहिए है। सो महाराज के नाम तो बगैर सब झूठ है। झूठे पीरे झूठ प्रीत। तो इसलिए झूठे की झूठी प्रीति है। मारे कहते गालियां पलालिया काम ना आवे मेते मेरे मित्र। अवल टवलियां गल्लां किसी काम दियां नहीं हैं। सो सत की है? प्रभु का नाम। महाराज का नाम ये गुरु ग्रंथ साहिब रूपी थाल विच है जो सत्संगत के परोसिया होया है। थाल विच 3 वस्तु पईओ सत, संतोख, विचारो, अमृत नाम ठाकुर का पयो जिसका सब आधारो जे को खावे। ये गुणा रूपी भोजन है जेड़ा कोई खाता है वो मोटा होता मतलब आत्मा बलवान होती है। आत्मा की खुराक महाराज की बाणी महाराज जी नाम है। रूह की खुराक यो आत्मा बलवान होती है। नाम का गुणा का भोजन छकण दो। संगत दे विच सतगुरु जी भलवान बनाउंदे ने कसरत करा करा के खवा खवा के। नाम का भोजन हूँ गुसाई का पहलवानड़ा मैं गुर मिलोचन मानड़ा सब होई छिंज इकट्ठी है दईओ बैठा विख आप जियो। बात वचन टमक भेरियां बल ते लैंदे फेरियां निते 5 जवान में गुर थापी दिती कंड जियो। सब इकट्ठे हुए आया कर जासन वाट वटाया। ये महाराज ने साड़ी कंड ते साड़ी पिठ ते थापी दिती है कि तगड़ा हो जा भाई तू भलवान है। गुरुद्वारे का काम क्रोध लोभ मोह अहंकार रूपी भलवाना नाल तेरा अखाड़ा लगा होया जंग है। तू ये तो जित प्राप्त करनी है। महाराज सत संतोख गुरमत विचार को छका के सिख नूं बलवान बनाउंदे हन। विकारां दे नाल लड़ाई करन दे करके ते वो जित प्राप्त करदा है। इहो महाराज सच्चे पातशाह असीं बच्चे आ गरीब आ ते तू साडा पिता है सर्व कला समर्थ है। जिवें तू सानू जानदा है माड़े आ चंगे आ साडी महाराज गुणा दे नाल नाम दे नाल पालना करो जी। उहदा शरीर साडा चंगा बड़ा वेखण बाड़ा बुड़ा सोहना पाया दस्तारा सोहणियां सजाइयां होईयां पर अंदर साडे गुण नहीं हन। कृपा कर सच्चे पातशाह जीओ काम ना बिसरियो क्रोध ना बिसरियो लोभ ना छुटियो देवा पर निंदा मुक्ति नहीं छुटी। निफल भाई सब सेवा भी करते हैं
पर औगणा का त्याग नहीं है। माड़िया चंगिया है तो तेरे दर ते सवाली सिख खड़े हैं। साडी हथ जोड़ के बेनती है, साडी भी पालना करो जी, गुणा दे नाल सानू भी तगड़ा करो। इस नाम देकर फरमान करते ने गुरु गोबिंद सिंह ने सिंघां नूं भुखे मारता, रोटी नहीं दी, दुध नहीं दिता, पानी तक नहीं दिता। छिला बेचारे उबाल बाल के वो दख्त भी खाली कर छड्डे, पर इन्ने जोर वाले सीगे, इन्ने बल वाले सी भी उन्हां तुरकां दीयां गोडियां लवातियां, नासा जो धुआं कट के रखता, कन्ना नूं हथ ला के नक नाल लकीरां कढातियां, और रंग जेब बड़ा तड़फिया। जद महाराज दीयां लाहनतां सुनियां, धन गुरु गोबिंद सिंह साहब सच्चे पातशाह और उन्हां दे नाल जिहड़े 40 मुक्ते 8 महीनों के भुखे सीगे, इन्हें भी खुराकां खवा खवा भलवान बनाया होया। बाणी के नाम का गुणा का बल दिता ते उन्हां मुसलियां नूं अगे ला दिता। एक एक मुसला वो 10-12 लाख की फौज सीगी जिहड़ी ताजा दम, ते 9 लाख जिहड़ी बही तबई आनंदपुर के घेरे वाली आई। एक एक मुठ मिट्टी की कहते उसे गढ़ी ते सुट दे ते गढ़ी नूं मिट्टी हेठ दब सकती सी, पर महाराज का भै डर ही इन्ना सीगा, भुखे शेर वाल कोई वेख नहीं सकता। तो इसलिए कैड़ी निगाह वाल भी वो नहीं, कैड़ी निगाह नाल भी नहीं वो वेख सके, लागे तक नहीं जाना। महाराज का इन्ना खौफ सीगा, जिहड़ा कोई लागे आया तीर की भेटा चढ़ा दिता। इउं गुरु साहब ने जफरनामे में भी लिखिया है, कह लगे हे औरंगजेब, जिहड़ा तेरा 10 लाख फौज का जरनैल सीगा वो मेरे पास नहीं आया। हाँ, जिहड़ा ख्वाजा मरदूद इन्हें थोड़ा जिहा लागे आउण दा हिया कीता ते मैनूं एक तीर बख्श के सदा दी नींदे सवा दिता। बाकी कोई गढ़ी दे कोल नहीं आया, दूर दूर तक ही टारा मारदे सीगे। साहिबजादियां नूं भी दूर तो ही नेज़ियां दे नाल तीरां ते बरछियां नाल ही परोया, गोलियां आदम चला के शहीद किया। लागे आउण दा हिया नहीं कीता किसी ने। जिहड़ी भैण शरण कौर उन्हें भी जकारा छड़ के इहो जी कृपान घुमाई, बरछी घुमाई कि 10-12 तुरकां नूं मिन सुटिया। डरदे मारे ਉਹਦੇ ਕੋਲ भी नहीं आई। ਉਹਦਾ मतलब सी भी कुड़ी जी है, चुक के ਆਪਾਂ ਇਹਨੂੰ ਲੈ ਜਾਵਾਂਗੇ तंबू च। ਉਹਨੇ ਵੇਖਿਆ ਵੀ ਮੁਸਲਿਆਂ ਦੇ ਹੱਥ ਆ ਗਏ, ਫਿਰ ਸਾਡਾ ਧਰਮ ਕੀ ਆ। ਉਹਨੇ ਮੁਸਲਮਾਨਾਂ ਦਾ ਹੱਥ ਨਹੀਂ ਲੱਗਣ ਦਿੱਤਾ। ਇੰਨੀ ਉਹ ਚੜ੍ਹਦੀ ਕਲਾ ਵਾਲੀ ਬੀਬੀ ਸੀਗੀ, ਕਹਿੰਦੇ ਲਾਗੇ ਆਓ ਮੈਂ ਤੁਹਾਨੂੰ ਦੱਸਦੀ ਹਾਂ। ਜਿੰਨਾ ਚਿਰ ਜਿਉਂਦੀ ਰਹੀ, ਜਦੋਂ ਫੱਟੜ ਹੋ ਕੇ ਡਿੱਗ ਪਈ ਫਿਰ ਵੀ ਉਹ ਭਬਕਾ ਮਾਰਦੀ ਰਹੀ, ਕਹਿੰਦੀ ਖਬਰਦਾਰ ਜੇ ਮੇਰੇ ਕੋਲ ਲਾਗੇ ਆ। ਉਹਨਾਂ ਨੇਜਿਆਂ ਦੇ ਨਾਲ ਬਰਛਿਆਂ ਨਾਲ ਹੀ ਚੁੱਕ ਕੇ ਉਹਨੂੰ ਅੱਗ ਸੁੱਟਿਆ ਸੀਗਾ, ਇੰਨਾ ਖੌਫ ਸੀਗਾ। तो इस वास्ते ये महाराज सच्चे पातशाह जी के घर की करामात भी वेखो 8-8 महीने के भुखे सिंह कितना जूझ के शहीदियां पा के सो कितना बहादुरी नाल उन्होंने जंग लड़िया। इस तरह की पालना गुरु घर दी है। जब भूखा तब भोजन मांगे, जो बच्चा भुखा हुंदा है तो अपने मां प्यो के पासों भोजन मंगदा है। सिंघां ने आख्या सी महाराज भी भुखे रहना औखा है, जाते छड़ दिओ ते असीं मर जाइए, मरना चंगा। कहंदे बुल्लिया जिहड़ी भुख है ਇਹਦੇ ਤੋਂ ਮੌਤੋਂ ਭੁੱਖ ਬੁਰੀ, ਮੌਤ ਦਾ ਭੁੱਖ ਵੀ ਬੁਰੀ ਹੈ। ਤੇ ਭੁੱਖੇ ਰਹਿਣ ਦੀ ਬਜਾਏ, ਭੁੱਖੇ ਰਹਿ ਕੇ ਮਰਨ ਦੀ ਬਜਾਏ ਜੂਝ ਕੇ ਮਰਨਾ ਚੰਗਾ। ਮਾਰੇ ਕਹਿੰਦੇ ਮੇਰੇ ਵੀਰ 1 ਹਫ਼ਤਾ ਰਹਿ ਜਾਓ। ਹਫ਼ਤੇ ਤੱਕ ਆ ਗਏ ਸੀ 7 ਦਿਨ। ਸਿੰਘ 7 ਦਿਨ ਵੀ ਨਹੀਂ ਮੰਨੇ। ਮਾਰੇ ਕਹਿੰਦੇ ਚਲੋ ਭਾਈ ਫਿਰ ਤੁਹਾਡੀ ਖੁਸ਼ੀ ਹੈ, ਮੈਂ ਵੀ ਹੁਣ ਤੁਹਾਡੇ ਨਾਲ ਹੀ ਚੱਲਦਾ। ਜੋ ਰੱਬ ਨੇ ਲਿਖਿਆ, ਜੋ ਕੁਦਰਤ ਨੇ ਸੋਚਿਆ ਹੈ ਉਹੀ ਹੋ ਕੇ ਰਹਿਣਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਮੈਂ ਬਦਲਣਾ ਚਾਹੁੰਦਾ ਸੀਗਾ, ਜੇ 7 ਦਿਨ ਭੁੱਖੇ ਰਹਿ ਜਾਂਦੇ ਉਸੇ ਵਕਤ ਹੀ ਰਾਜ ਦੇ ਦੇਣਾ ਸੀਗਾ। 7 ਦਿਨਾਂ ਦਾ ਵਚਨ ਨਹੀਂ ਮੰਨਿਆ ਤੇ ਅੱਜ ਤੱਕ ਵੇਖੋ ਤਰਲੇ ਮਾਰ ਰਹੇ ਨੇ। ਸੱਚੇ ਪਾਤਸ਼ਾਹ ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਮਾਤਾ ਪਿਤਾ ਦੀ ਤਰ੍ਹਾਂ ਹੋ। ਬੱਚਾ ਭੁੱਖਾ ਹੁੰਦਾ
ਭੋਜਨ ਮੰਗਦਾ। ਅਗਾਏ ਸੁਖ ਸਗਾਰੈ ਜਦ ਬੱਚਾ ਰੱਜ ਜਾਂਦਾ ਤਦ ਬਹੁਤ ਸਾਰਾ ਸੁੱਖ ਮਹਿਸੂਸ ਕਰਦਾ। ਇਸੇ ਪ੍ਰਕਾਰ ਜਦੋਂ ਸਾਨੂੰ ਅਧਿਕਾਰੀ ਜਨਾਂ ਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗਦੀ ਹੈ, ਤਦੋਂ ਅਸੀਂ ਮਾਤਾ ਪਿਤਾ ਦੀ ਤਰ੍ਹਾਂ ਤੇਰੇ ਪਾਸੋਂ ਨਾਮ ਅੰਮ੍ਰਿਤ ਰੂਪ ਭੋਜਨ ਮੰਗਦੇ ਹਾਂ। ਜਦ ਸਿਮਰਨ ਭਜਨ ਕਰਕੇ ਆਤਮਾ ਆਨੰਦ ਦੇ ਸਹਿਤ ਹੋ ਕੇ ਰੱਜ ਜਾਈਦਾ, ਤਦ ਸਮੂਹ ਸੁੱਖਾਂ ਦੇ ਸਹਿਤ ਹੋ ਜਾਈਦਾ। ਜਾਂ ਆਤਮਕ ਆਨੰਦ ਨਾਲ ਤ੍ਰਿਪਤੀ ਕਰਾ ਕੇ ਸੁੱਖ ਦੇ ਸਹਿਤ ਕਰਦੇ ਹੋ ਤੇ ਜੰਮਣ ਮਰਨ ਦੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਹੋ। ਆ ਜੂਨ 84 ਚ ਜਿਨ੍ਹਾਂ ਸਿੰਘਾਂ ਨੇ 78 ਘੰਟੇ ਸਾਡੀ ਇੰਡੀਆ ਆਰਮੀ ਜਿਹੜੀ ਵਰਲਡ ਲੈਵਲ ਤੇ ਪਤਾ ਨਹੀਂ ਦੂਜੀ ਜਾਂ ਤੀਜੇ ਨੰਬਰ ਤੇ ਮੰਨੀ ਹੈ, 78 ਘੰਟੇ ਉਹਨੂੰ ਮੁਕਾਬਲਾ ਦਿੱਤਾ। ਐਸੀ ਜ਼ਬਰਦਸਤ ਟੱਕਰ ਦਿੱਤੀ ਵੀ ਰਹਿੰਦੀ ਦੁਨੀਆ ਤੱਕ ਉਹ ਲੋਕ ਯਾਦ ਕਰਨਗੇ। ਮਰਨਾ ਤਾਂ ਸਾਰਿਆਂ ਨੇ ਹੈ ਤੇ ਉਹ ਦਿਨ ਇੱਕੋ ਹੀ ਹੈ ਮਰਨ ਵਾਲਾ। ਸ਼ਹੀਦੀਆਂ ਦਾ ਉਹ ਪਾ ਗਏ ਤੇ ਪਰ ਉਹ ਚੜ੍ਹਦੀ ਕਲਾ ਚ ਰਹੇ, ਛੋਲੇ ਖਾ ਕੇ ਪਾਣੀ ਪੀ ਕੇ ਗੁਜ਼ਾਰਾ ਕੀਤਾ। ਤੇ ਪਹਿਲਾਂ ਵੀ ਮੂੰਗੀ ਦੀ ਦਾਲ ਤੇ ਲੰਗਰ ਦੇ ਪ੍ਰਸ਼ਾਦੇ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਦੇ ਹੁੰਦੇ ਨੇ, ਉਹੀ ਕੁਝ ਛਕਦੇ ਸੀਗੇ। ਤੇ ਇਸ ਵਾਸਤੇ ਇਹ ਕੋਈ ਜ਼ਰੂਰੀ ਨਹੀਂ ਵੀ ਕੋਈ ਪੰਜੀਰੀ ਜਾਂ ਕੋਈ ਪਿੰਨੀਆਂ ਤੇ ਜਾਂ ਕੋਈ ਦੇਸੀ ਘਿਓ ਹੀ ਹੋਵੇ। ਮਹਾਰਾਜ ਦੇ ਨਾਮ ਤੇ ਬਾਣੀ ਦਾ ਤੇ ਰਹਿਤ ਮਰਜ਼ਾਦਾ ਦਾ ਬਲ ਇੱਕ ਬਹੁਤ ਬੜਾ ਹੁੰਦਾ। ਬਾਬੇ ਦੀਪ ਸਿੰਘ ਨੇ ਕੱਚੇ ਬੇਰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ, ਸਰੂਪ ਲਿਖੇ ਤੇ 84 ਸਾਲ ਦੀ ਉਮਰ ਦੇ ਵਿੱਚ ਇਹੋ ਜਿਹਾ ਖੰਡਾ ਖੜਕਾਇਆ ਵੀ ਉਹ ਮੁਸਲੇ ਅੱਜ ਤੱਕ ਇੱਧਰ ਮੂੰਹ ਨਹੀਂ ਕਰ ਸਕੇ। ਇਹੋ ਜਿਹੇ ਉਹਨਾਂ ਦੇ ਬੂਥੇ ਭੰਨੇ। ਇਉਂ ਧੰਨ ਬਾਬਾ ਦੀਪ ਸਿੰਘ ਜੀ ਭਗਤੀ ਦਾ ਬਲ ਸੀਗਾ। ਉਹਨਾਂ ਦੀ ਫੋਟੋ ਤੇ ਤੁਸੀਂ ਲਿਖਿਆ ਪੜ੍ਹਦੇ ਹੋ, ਇਹ ਨਹੀਂ ਵੀ ਬੱਕਰੇ ਦੇ ਮਾਸ ਦੀ ਸ਼ਕਤੀ, ਕੁਝ ਲਿਖਿਆ ਹੁੰਦਾ ਭਗਤੀ ਮੇਂ ਸ਼ਕਤੀ। ਤੋ ਭਗਤੀ ਇੱਕ ਬਹੁਤ ਬੜਾ ਬਲ ਹੈ। ਤਾਪਿਆਂ ਰੋਗਾਏ ਜਬ ਤੁਮ ਸੰਗ ਬਸਤਾ। ਪਰਮੇਸ਼ਰ ਜਦੋਂ ਤੱਕ ਤੁਸੀਂ ਸਾਡੇ ਨਾਲ ਵਸਦੇ ਹੋ ਤਦੋਂ ਤੱਕ ਅਗਿਆਨ ਆਦਿਕ ਰੋਗਾਂ ਤੋਂ ਰਹਿਤ ਰਹੀਦਾ ਹੈ। ਅਰ ਜਦੋਂ ਛੁਟਕਤ ਹੋਏ ਰਵਾਰਾ ਤੇਰੇ ਨਾਮ ਨੂੰ ਛੁੱਟੜ ਹੋ ਜਾਈਦਾ, ਭਾਵ ਤੇਰਾ ਸਿਮਰਨ ਛੱਡ ਬੈਠੀਦਾ, ਤਦੋਂ ਧੂੜ ਦੇ ਕਿਣਕਿਆਂ ਵਾਂਗ ਸੰਕਲਪਾਂ ਵਿਕਲਪਾਂ ਜਾਂ ਜੂਨਾਂ 'ਚ ਭਰਮਦੇ ਫਿਰਦੇ ਰਹੀਦਾ। ਜਿਵੇਂ ਧੂੜ ਦੇ ਕਿਣਕੇ ਹੁੰਦੇ ਇਵੇਂ ਬਹੁਤ ਤੁਛ ਜੂਨਾਂ 'ਚ ਭਰਮਦੇ ਰਹੀਦਾ ਹੈ। ਕਵਨ ਬਸੇਰੋ ਦਾਸ ਦਾਸਨ ਕੋ। ਇਹ ਪਰਮੇਸ਼ਰ ਮੈਂ ਤਾਂ ਤੇਰੇ ਦਾਸਾਂ ਸੇਵਕਾਂ ਦਾ ਸੇਵਕ ਹਾਂ ਜੀ। ਆਪ ਥਾਪਨ ਹਾਰੈ। ਇਥੋਂ ਬਗੈਰ ਹੋਰ ਕੌਣ ਹੈ ਬਸਾਉਣ ਵਾਲਾ, ਕਿਉਂਕਿ ਤੂੰ ਹੀ ਜਗਤ ਨੂੰ ਪੈਦਾ ਕਰਕੇ ਪਾਲਣਾ ਕਰਕੇ ਫਿਰ ਆਪ ਹੀ ਨਾਸ਼ ਕਰਨੇ ਵਾਲਾ, ਬ੍ਰਹਮ ਗਿਆਨ 'ਚ ਸਥਿਤ ਕਰਨ ਵਾਲਾ ਤੇ ਆਪ ਹੀ ਅਗਿਆਨ ਦੀ ਪਰਲੋ ਕਰਨ ਵਾਲਾ ਹੈ। ਨਾਮ ਨ ਬਿਸਰੈ ਤਬ ਜੀਵਨ ਪਾਈਐ। ਇਹ ਪਰਮੇਸ਼ਰ ਜਦ ਤੇਰਾ ਨਾਮ ਅੰਮ੍ਰਿਤ ਨਹੀਂ ਵਿਸਰਦਾ ਤਦ ਅਸਲ ਜੀਵਨ ਮੁਕਤੀ ਦੇ ਆਨੰਦ ਨੂੰ ਪਾ ਲਈਦਾ ਹੈ। ਬਿਨਤੀ ਨਾਨਕ ਇਹ ਸਾਰਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਇਸ ਲਈ ਹੈ ਪਰਮੇਸ਼ਰ ਮੈਂ ਤੇਰੇ ਚਰਨਾਂ 'ਚ ਇਹੀ ਬੇਨਤੀ ਅਰਜ਼ੋਈ ਕਰਦਾ ਕਿ ਮੇਰੀ ਇਸ ਬੇਨਤੀ ਨੂੰ ਸਾਰ ਪ੍ਰਵਾਨ ਕਰੋ ਜੀ ਕਿ ਤੇਰਾ ਨਾਮ ਅੰਮ੍ਰਿਤ ਸਾਨੂੰ ਕਦੀ ਵੀ ਨਾ ਭੁੱਲੇ। ਸੇਵਾ ਤੇ ਸਿਮਰਨ ਦੋ ਬਖਸ਼ਿਸ਼ਾਂ ਕੀਤੀਆਂ ਨੇ। ਕਾਸੇ ਵਾਲੇ ਮਹਾਂਪੁਰਖ ਅੰਮ੍ਰਿਤ ਵੇਲੇ ਸ਼ਾਮ ਨੂੰ ਸਵਾ ਘੰਟਾ ਸੰਗਤ ਕਰੋ, ਸਤਿਨਾਮ ਵਾਹਿਗੁਰੂ ਦਾ ਜਾਪ ਜਪਾਉਂਦੇ, ਦਿਨੇ ਟੋਕਰੀ ਟਮਾਉਂਦੇ ਹਨ, ਜਿਹਦੇ ਨਾਲ ਆਤਮਾ ਬਲਵਾਨ ਬਣਦੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਤੇ ਵੀ ਬਖਸ਼ਿਸ਼ ਹੋਵੇ ਜੀ। ਭੁੱਲਾਂ ਚੁੱਕਾਂ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਕਵਨ ਬਸੇਰੋ ਦਾਸ ਦਾਸਨ ਕੋ। ਥਾਪਿ ਉਦਾਪਨ ਹਾਰੈ। ਨਾਮ ਨ ਬਿਸਰੈ ਤਬ ਜੀਵਨ ਪਾਈਐ। ਬਿਨਤੀ ਨਾਨਕ ਇਹ ਸਾਰ।